हेलो एवरीवन, वेलकम टू विक्टर्स नॉलेज। दिस इज यूनु शर्मा। सो ਅੱਜ ਆਪਾਂ ਕਵਰ ਕਰਨ ਜਾ ਰਹੇ ਹਾਂ ਆਪਣੇ ਅਗਲੇ ਦੋ ਟੌਪਿਕ ਯੂਨਿਟ 3 ਦੇ ਵਿੱਚੋਂ ਚਿਲਡਰਨ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ। ਨਾਲ ਹੀ ਇੱਕ ਹੋਰ ਇੰਪੋਰਟੈਂਟ ਟੌਪਿਕ ਹੈ ਚਿਲਡਰਨ ਇਨ ਕਨਫਲਿਕਟ ਵਿਦ ਲਾਅ। ਸੋ ਟੈਸਟ ਸੀਰੀਜ਼ ਤੁਹਾਨੂੰ ਆਲਰੇਡੀ ਪਤਾ ਹੈ ਰਿਲੀਜ਼ ਹੋ ਚੁੱਕੀ ਹੈ। ਸੋ ਇਹਨੂੰ ਬਾਏ ਕਰਨ ਦੇ ਲਈ ਇੱਥੇ ਮੈਂ ਡੀਟੇਲਸ ਦਿੱਤੀਆਂ ਹੋਈਆਂ ਨੇ। ਸੋ ਆਪਣਾ ਟੌਪਿਕ ਹੈ ਚਿਲਡਰਨ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ, ਮੀਨਿੰਗ, ਕੈਟੇਗਰੀ, ਕਾਜ਼ ਐਂਡ ਪ੍ਰੀਵੈਂਸ਼ਨ। ਚਾਈਲਡ ਇਨ ਨੀਡ ਹੈ ਜਿਹੜਾ ਬੱਚਾ ਜਿਹਨੂੰ ਕੋਈ ਜ਼ਰੂਰਤ ਹੈ, ਇਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਚਿਲਡਰਨ ਐਕਟ 1989 ਦੇ ਵਿੱਚ। ਸੋ ਇਸ ਐਕਟ ਦੇ ਮੁਤਾਬਿਕ ਚਿਲਡਰਨ ਇਨ ਨੀਡ ਦਾ ਮਤਲਬ ਹੈ ਉਹ ਬੱਚਾ ਜਿਹੜਾ ਕਿਸੇ ਕਾਰਨ ਵਸ਼ ਆਪਣੀ ਹੈਲਥ ਡਿਵੈਲਪਮੈਂਟ ਦਾ ਆਪ ਧਿਆਨ ਨਹੀਂ ਰੱਖ ਸਕਦਾ, ਉਹਨੂੰ ਜ਼ਰੂਰਤ ਹੈ। ਇਹਦੇ ਵਿੱਚ ਉਹ ਬੱਚੇ ਹੋ ਸਕਦੇ ਨੇ ਜਿਹੜੇ ਫਿਜ਼ੀਕਲੀ ਡਿਸੇਬਲ ਨੇ ਜਾਂ ਜਿਨ੍ਹਾਂ ਨੂੰ ਕੋਈ ਹੋਰ ਪ੍ਰੋਬਲਮ ਹੈ, ਜਿਵੇਂ ਔਰਫਨ ਨੇ, ਉਹਨਾਂ ਦੇ ਉੱਤੇ ਕਿਸੇ ਦਾ ਕੋਈ ਆਸਰਾ ਨਹੀਂ ਹੈ, ਪੇਰੈਂਟਸ ਨਹੀਂ ਹੈਗੇ, ਅਨਾਥ ਨੇ। ਸੋ ਇਸ ਟਾਈਪ ਦੇ ਬੱਚਿਆਂ ਨੂੰ ਨੀਡ ਹੁੰਦੀ ਹੈ ਕੇਅਰ ਤੇ ਪ੍ਰੋਟੈਕਸ਼ਨ ਦੀ। ਤੇ ਜਿਹੜੀ ਦੀ ਸਭ ਤੋਂ ਇੰਪੋਰਟੈਂਟ ਡੈਫੀਨੇਸ਼ਨ ਹੈ, ਸੈਕਸ਼ਨ ਹੈ ਜੋ ਆਪਾਂ ਨੇ ਪੇਪਰ ਲਈ ਤਿਆਰ ਕਰਨਾ ਹੈ, ਉਹ ਹੈ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2000 ਦਾ ਸੈਕਸ਼ਨ 2D। ਸੋ ਇਹਦੇ ਅਨੁਸਾਰ ਸਪੈਸ਼ਲੀ ਦੱਸਿਆ ਹੋਇਆ ਹੈ ਕਿ ਚਿਲਡਰਨ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਕੌਣ ਹੁੰਦੇ ਆ। ਸੋ ਐਜ਼ ਇਟ ਇਜ਼ ਇਹ ਪੂਰਾ ਦਾ ਪੂਰਾ ਸੈਕਸ਼ਨ ਤੁਹਾਨੂੰ ਰੱਟੇ ਲੱਗੇ ਹੋਣਾ ਚਾਹੀਦਾ ਹੈ। ਸੋ ਫਰਸਟ ਕਲੌਜ਼ ਦੇ ਅਨੁਸਾਰ ਉਹ ਬੱਚਿਆਂ ਨੂੰ ਆਪਾਂ ਕਹਾਂਗੇ ਕਿ ਉਹਨਾਂ ਨੂੰ ਜ਼ਰੂਰਤ ਹੈ ਕੇਅਰ ਤੇ ਪ੍ਰੋਟੈਕਸ਼ਨ ਦੀ ਜੇ ਕੋਈ ਬੱਚਾ ਬਿਨਾਂ ਕਿਸੇ ਘਰ ਤੋਂ ਪਾਇਆ ਗਿਆ, ਉਹਦੇ ਕੋਲ ਰਹਿਣ ਲਈ ਕੋਈ ਘਰ ਨਹੀਂ ਹੈ, ਕੋਈ ਸੈਟਲਮੈਂਟ ਨਹੀਂ ਹੈ, ਅਬੋਰਡ ਨਹੀਂ ਹੈ, ਕੋਈ ਸਬਸਿਸਟੈਂਸ ਮੀਨਸ ਨਹੀਂ ਹੈਗੇ, ਮਤਲਬ ਉਹਦੇ ਕੋਲ ਰਹਿਣ ਦੇ ਲਈ ਉਹਦੇ ਕੋਲ ਆਸਰਾ ਹੀ ਨਹੀਂ, ਕੋਈ ਰਿਸ਼ਤੇਦਾਰਾਂ ਦਾ ਨਹੀਂ ਪਤਾ, ਕਿਸੇ ਗਾਰਡੀਅਨ ਦਾ ਨਹੀਂ ਪਤਾ। ਸੈਕਿੰਡ ਨੰਬਰ ਤੇ ਉਹ ਬੱਚਾ ਹੂ ਰਿਜ਼ਾਈਡਸ ਵਿਦ ਅ ਪਰਸਨ, ਕਿਸੇ ਦੇ ਨਾਲ ਰਹਿ ਰਿਹਾ, ਚਾਹੇ ਉਹ ਗਾਰਡੀਅਨ ਹੈ ਚਾਹੇ ਨਹੀਂ ਹੈ, ਪਰ ਸਟਿਲ ਉਹਨੂੰ ਕਿਸੇ ਆਪਣੇ ਜਾਨ ਦਾ ਖਤਰਾ ਹੈ, ਜੋ ਵੀ ਉਹਦੀ ਕੇਅਰ ਕਰ ਰਿਹਾ ਉਹਨੂੰ ਡਰਾ ਧਮਕਾ ਰਿਹਾ, ਨਿਗਲੈਕਸ਼ਨ ਹੋ ਰਹੀ ਹੈ, ਅਬਿਊਜ਼ ਹੋ ਰਿਹਾ ਉੱਥੇ ਉਸ ਬੱਚੇ ਦਾ, ਮੈਂਟਲੀ ਫਿਜ਼ੀਕਲੀ ਚੈਲੰਜਡ ਹੈ, ਇਲ ਹੈ, ਕੋਈ ਬਹੁਤ ਲੰਬੇ ਸਮੇਂ ਤੋਂ ਬਿਮਾਰੀ ਜਿਹੜੀ ਕਿ ਇਨਕਿਉਰੇਬਲ ਹੈ, ਠੀਕ ਨਹੀਂ ਹੋ ਸਕਦੀ, ਕੋਈ ਉਹਦਾ ਧਿਆਨ ਦੇਣ ਵਾਲਾ ਨਹੀਂ ਹੈ। ਸੋ ਉਸ ਟਾਈਪ ਦਾ ਬੱਚਾ, ਜਾਂ ਜਿਹਦੇ ਪੇਰੈਂਟ ਤੇ ਗਾਰਡੀਅਨ ਤਾਂ ਹੈਗੇ ਪਰ ਉਹ ਪੇਰੈਂਟ ਗਾਰਡੀਅਨ ਖੁਦ ਅਨਫਿਟ ਨੇ, ਜਿਵੇਂ ਕੋਈ ਬਹੁਤ ਬਿਮਾਰ ਨੇ, ਇਸ ਟਾਈਪ ਦੇ ਪੇਰੈਂਟਸ ਨੇ, ਜਾਂ ਬੱਚੇ ਦਾ ਫਿਜ਼ੀਕਲੀ ਧਿਆਨ ਨਹੀਂ ਰੱਖ ਸਕਦੇ, ਜਾਂ ਜਿਹਦੇ ਪੇਰੈਂਟਸ ਨਹੀਂ ਹੈਗੇ, ਕੋਈ ਉਹਦੀ ਟੇਕ ਕੇਅਰ ਨਹੀਂ ਕਰ ਸਕਦਾ, ਪੇਰੈਂਟਸ ਨੇ ਉਹਨੂੰ ਜਾਂ ਫਿਰ ਛੱਡਤਾ, ਸਰੈਂਡਰ ਕਰਤਾ, ਜਾਂ ਜਿਹੜਾ ਬੱਚਾ ਘਰੋਂ ਭੱਜਿਆ ਹੋਇਆ ਜਿਹਨੂੰ ਪਤਾ ਹੀ ਨਹੀਂ ਕਿ ਉਹਦੇ ਪੇਰੈਂਟਸ ਕਿੱਥੇ ਨੇ, ਰੀਜ਼ਨੇਬਲ ਇਨਕੁਆਇਰੀ ਤੋਂ ਬਾਅਦ ਵੀ ਉਹਦੇ ਪੇਰੈਂਟਸ ਦਾ ਪਤਾ ਨਹੀਂ ਲਗਾਇਆ ਗਿਆ। ਸੋ ਇਹ ਸਾਰੀ ਕੈਟੇਗਰੀ ਜਿਹੜੇ ਆਪਾਂ ਬੱਚੇ ਪੜ੍ਹ ਰਹੇ ਹਾਂ, ਇਹਨਾਂ ਨੂੰ ਕੇਅਰ ਤੇ ਪ੍ਰੋਟੈਕਸ਼ਨ ਦੀ ਜ਼ਰੂਰਤ ਹੁੰਦੀ ਹੈ। ਸੋ ਇਹੋ ਜਿਹਾ ਬੱਚਾ ਜਿਹਨੂੰ ਕਿਸੇ ਗਲਤ ਕੰਮ ਦੇ ਲਈ ਪਾਇਆ ਜਾ ਸਕਦਾ ਹੈ, ਇਲੀਗਲ ਐਕਟ ਜਾਂ ਸੈਕਸ਼ੂਅਲ ਅਬਿਊਜ਼ ਦੇ ਪਰਪਸ ਦੇ ਲਈ ਟਾਰਚਰ ਐਕਸਪਲੋਇਟ ਕੀਤਾ ਜਾ ਰਿਹਾ, ਜਿਹਨੂੰ ਵਲਨਰੇਬਲ ਪਾਇਆ ਜਾ ਰਿਹਾ, ਮਤਲਬ ਰਿਸਕ ਦੀ ਕੈਟੇਗਰੀ ਦੇ ਉੱਤੇ ਹੈ, ਡਰਗ ਅਬਿਊਜ਼, ਐਲਕੋਹਲਿਜ਼ਮ ਦੇ ਵਿੱਚ ਪੈ ਰਿਹਾ, ਉਸ ਬੱਚੇ ਤੋਂ ਕੋਈ ਗਲਤ ਫਾਇਦਾ ਲਿਆ ਜਾ ਰਿਹਾ, ਅਨਕੌਂਸ਼ਨੇਬਲ ਗੇਨਸ, ਵਿਕਟਿਮ ਹੈ ਕਿਸੇ ਆਰਮਡ ਕਨਫਲਿਕਟ ਦਾ, ਨੈਚੁਰਲ ਕਲੈਮਿਟੀ ਦਾ, ਜਿਵੇਂ ਕੋਈ ਕਿਤੇ ਕੋਈ ਦੰਗੇ ਹੋਏ ਨੇ, ਕਿਤੇ ਫਲੱਡ ਆ ਗਏ, ਕੋਈ ਨੈਚੁਰਲ ਡਿਜ਼ਾਸਟਰ ਆ ਗਿਆ, ਤਾਂ ਆਪਾਂ ਨੂੰ ਪਤਾ ਕਿ ਕਾਫੀ ਸਾਰੇ ਬੱਚੇ ਡਿਸਪਲੇਸ ਹੋ ਜਾਂਦੇ ਆ। ਸੋ ਇਸ ਟਾਈਪ ਦੇ ਕਾਰਨਾਂ ਕਰਕੇ ਜਿਹੜੇ ਬੱਚਿਆਂ ਨੂੰ ਫਿਰ ਨੀਡ ਹੈ ਕੇਅਰ ਤੇ ਪ੍ਰੋਟੈਕਸ਼ਨ ਦੀ, ਉਹ ਸਾਰੇ 2D ਦੇ ਅੰਦਰ ਆਉਂਦੇ ਨੇ। ਸੋ ਇਨ ਸ਼ਾਰਟ ਥੀਸ ਚਿਲਡਰਨ ਕਮ ਅੰਡਰ ਫੋਲੋਇੰਗ ਕੈਟੇਗਰੀ। ਸੋ ਇਨ ਸ਼ਾਰਟ ਜੇ ਆਪਾਂ ਗੱਲ ਕਰੀਏ ਕਨਕਲੂਜਨ ਦੇ ਵਿੱਚ, ਤਾਂ ਉਹ ਬੱਚੇ ਚਾਈਲਡ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਨੇ ਜਿਹੜੇ ਬਿਨਾਂ ਫੈਮਿਲੀ ਸਪੋਰਟ ਤੋਂ ਨੇ, ਜਿਨ੍ਹਾਂ ਨੂੰ ਧੱਕੇ ਨਾਲ ਲੇਬਰ ਦੇ ਵਿੱਚ ਲਿਆਂਦਾ ਗਿਆ, ਧੱਕੇ ਨਾਲ ਉਹਨਾਂ ਨੂੰ ਟ੍ਰੈਫਿਕਿੰਗ ਕੀਤੀ ਹੈ, ਸੜਕਾਂ ਉੱਤੇ ਰਹਿੰਦੇ ਨੇ, ਕਿਸੇ ਸਬਸਟੈਂਸ ਅਬਿਊਜ਼ ਦਾ ਇਫੈਕਟ ਹੋਇਆ, ਡਰੱਗਸ ਦਾ, ਐਲਕੋਹਲ ਦਾ, ਜਾਂ ਆਰਮਡ ਕਨਫਲਿਕਟ, ਸਿਵਲ ਅਨਰੈਸਟ, ਨੈਚੁਰਲ ਕਲੈਮਿਟੀ ਦਾ ਅਸਰ ਹੋਇਆ। ਸੋ ਇਸ ਸਿਚੁਏਸ਼ਨ ਦੇ ਵਿੱਚ ਇਹ ਬੱਚੇ ਆਉਂਦੇ ਕਿਉਂ ਨੇ, ਬੱਚਿਆਂ ਨੂੰ ਕੇਅਰ ਐਂਡ ਪ੍ਰੋਟੈਕਸ਼ਨ ਦੀ ਨੀਡ ਪੈਂਦੀ ਕਿਉਂ ਹੈ? ਸੋ ਬਹੁਤ ਹੀ ਸਿੰਪਲ ਜਿਹਾ ਕਾਰਨ ਹੈ, ਗਰੀਬੀ, ਹਿਊਮੈਨੀਟੇਰੀਅਨ ਕ੍ਰਾਈਸਿਸ, ਪੜ੍ਹਾਈ ਦੀ ਕਮੀ, ਬਰਥ ਰਜਿਸਟ੍ਰੇਸ਼ਨ ਨਹੀਂ ਹੋਈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਨਕੁਆਇਰੀ ਕਰਨ ਤੋਂ ਬਾਅਦ ਵੀ ਪਤਾ ਨਹੀਂ ਲਗਾਇਆ ਜਾ ਰਿਹਾ ਕਿ ਬੱਚੇ ਦਾ ਘਰ ਕਿਹੜਾ, ਮਿਸਿੰਗ ਚਿਲਡਰਨ ਦਾ ਘਰ ਲੱਭਿਆ ਨਹੀਂ ਜਾ ਪਾ ਰਿਹਾ। ਸੋ ਇਹਦਾ ਇਹ ਵੀ ਕਾਰਨ ਹੈ ਕਿ ਉਹਦੀ ਕਿਤੇ ਬਰਥ ਰਜਿਸਟ੍ਰੇਸ਼ਨ ਨਹੀਂ ਹੋਈ, ਕਿਤੇ ਡੇਟਾ ਦੇ ਵਿੱਚ ਉਹਦਾ ਨਾਮ ਨਹੀਂ ਹੈ, ਪੇਰੈਂਟਸ ਦਾ ਨਹੀਂ ਪਤਾ ਚੱਲ ਰਿਹਾ, ਕੋਈ ਲਾਲਚ ਦੇ ਵਿੱਚ ਆ ਗਏ, ਇਨਸਫੀਸ਼ੀਐਂਟ ਅਨਇਨਫੋਰਸਡ ਲਾਅ ਨੇ, ਇੰਟਰਨੈਸ਼ਨਲ ਅਡੋਪਸ਼ਨ, ਅਨਅਵੇਅਰਨੈਸ ਹੈ, ਪੇਰੈਂਟਸ ਤੇ ਚਿਲਡਰਨ ਨੂੰ ਜਾਗਰੂਕਤਾ ਨਹੀਂ ਹੈ। ਕਈ ਵਾਰੀ ਕੋਈ ਗਰੀਬ ਪਰਿਵਾਰਾਂ ਨੂੰ ਜਾਂ ਕੋਈ ਰਿਮੋਟ ਏਰੀਆਜ਼ ਤੋਂ ਲਾਲਚ ਦੇ ਦਿੰਦੇ ਆ ਕਿ ਤੁਹਾਡੇ ਬੱਚੇ ਨੂੰ ਅਸੀਂ ਸ਼ਹਿਰ 'ਚ ਲਿਜਾ ਰਹੇ ਹਾਂ, ਉੱਥੇ ਕੰਮ ਕਰਾਵਾਂਗੇ, ਫਿਰ ਉੱਥੇ ਜਾ ਕੇ ਉਹਨੂੰ ਵੇਚ ਦਿੰਦੇ ਆ। ਸੋ ਇਸ ਟਾਈਪ ਦੇ ਕਾਰਨ ਹੁੰਦੇ ਨੇ, ਟ੍ਰੈਫਿਕਿੰਗ, ਅਨਐਮਪਲੋਇਮੈਂਟ,
ਮਾਈਗ੍ਰੇਸ਼ਨ, ਨੈਚੁਰਲ ਕਲੈਮਿਟੀ। ਸੋ ਜਿਹੜੀ ਇਹ ਲਾਅ ਬਣਿਆ ਹੋਇਆ ਜੁਵੀਨਲ ਜਸਟਿਸ ਐਕਟ 2015 ਐਕਟ ਦੇ ਅੰਦਰ, ਸੋ ਜਿਹੜਾ ਕੋਈ ਵੀ ਇਸ ਟਾਈਪ ਦਾ ਬੱਚਾ ਹੈ, ਜਿਹੜਾ ਉੱਪਰ ਤੁਹਾਨੂੰ ਮੈਂ ਸਾਰੀ ਕੈਟੇਗਰੀ ਦੱਸੀ ਹੈ, ਜੇ ਉਹ ਬੱਚਾ ਕਿਸੇ ਨੂੰ ਮਿਲਦਾ ਹੈ ਤਾਂ ਉਹਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਕੋਲ 24 ਘੰਟਿਆਂ ਦੇ ਅੰਦਰ ਅੰਦਰ ਪਹੁੰਚਾਉਣਾ ਹੈ। ਸੋ ਐਕਟ ਮੈਂਡੇਟਰੀ ਕੰਪਲਸਰੀ ਰਿਪੋਰਟਿੰਗ ਦੀ ਗੱਲ ਕਰਦਾ ਹੈ ਆਫ ਚਾਈਲਡ ਫਾਊਂਡ ਸੈਪਰੇਟਡ ਫਰੋਮ ਹਿਜ਼ ਔਰ ਹਰ ਗਾਰਡੀਅਨ। ਜੇ ਨਾਨ ਰਿਪੋਰਟਿੰਗ ਹੈ, ਜੇ ਤੁਹਾਨੂੰ ਕੋਈ ਇਸ ਟਾਈਪ ਦਾ ਬੱਚਾ ਮਿਲ ਰਿਹਾ ਤੇ ਪੁਲਿਸ ਨੂੰ ਪਤਾ ਲੱਗ ਗਿਆ, ਤੁਸੀਂ ਰਿਪੋਰਟ ਨਹੀਂ ਕੀਤੀ, ਤਾਂ ਇਹ ਇੱਕ ਅਪਰਾਧ ਹੈ। ਚਾਈਲਡ ਵੈਲਫੇਅਰ ਕਮੇਟੀ ਇਸ ਬੱਚੇ ਨੂੰ ਚਾਈਲਡ ਕੇਅਰ ਇੰਸਟੀਟਿਊਸ਼ਨ ਦੇ ਕੋਲ ਭੇਜੂਗੀ ਤੇ ਉੱਥੇ ਫਿਰ ਸੋਸ਼ਲ ਵਰਕਰ, ਕੇਸ ਵਰਕਰ, ਚਾਈਲਡ ਵੈਲਫੇਅਰ ਆਫਿਸਰ ਇਹ ਸਾਰੇ ਇਨਵੈਸਟੀਗੇਸ਼ਨ ਕਰਨਗੇ 15 ਦਿਨਾਂ ਦੇ ਅੰਦਰ ਅੰਦਰ। ਜਿਹੜੀ ਚਾਈਲਡ ਵੈਲਫੇਅਰ ਕਮੇਟੀ ਹੈ, ਘੱਟੋ ਘੱਟ 20 ਦਿਨ, 1 ਮਹੀਨੇ ਦੇ ਅੰਦਰ ਮਿਲਦੀ ਹੈ। ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜੇ ਕੁਆਰਟਰਲੀ ਰਿਵਿਊ ਕਰਦੇ ਨੇ ਕਿ ਜਿਹੜੀ ਕਮੇਟੀ ਹੈ ਉਹ ਆਪਣਾ ਕੰਮ ਸਹੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ। ਜਿਹੜਾ ਚਾਈਲਡ ਹੈ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ, ਉਹਨੂੰ ਚਿਲਡਰਨ ਹੋਮ ਦੇ ਵਿੱਚ ਪਾਇਆ ਜਾਊਗਾ, ਉਹਦੀ ਉੱਥੇ ਪੜ੍ਹਾਈ ਦਾ ਧਿਆਨ ਦਿੱਤਾ ਜਾਊਗਾ, ਟ੍ਰੇਨਿੰਗ ਦਾ, ਡਿਵੈਲਪਮੈਂਟ ਦਾ, ਰੀਹੈਬਿਲਿਟੇਸ਼ਨ ਦਾ। ਜਿਹੜਾ ਐਕਟ ਹੈ ਓਪਨ ਸ਼ੈਲਟਰਸ ਦੀ ਵੀ ਗੱਲ ਕਰਦਾ ਹੈ। ਸੋ ਸ਼ਾਰਟ ਟਰਮ ਬੇਸਿਸ ਦੇ ਉੱਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਕਿਸੇ ਅਬਿਊਜ਼ ਵਗੈਰਾ ਤੋਂ ਬਚਾਉਣ ਲਈ, ਉਹਨਾਂ ਦੇ ਲਈ ਓਪਨ ਸ਼ੈਲਟਰਸ ਵੀ ਨੇ। ਉਸ ਤੋਂ ਬਾਅਦ ਆਪਣੇ ਕੋਲ ਸਪੈਸ਼ਲਾਈਜ਼ਡ ਅਡੋਪਸ਼ਨ ਏਜੰਸੀਜ਼ ਵੀ ਨੇ, ਜਿਹੜੀਆਂ ਕਿ ਔਰਫਨਸ ਦੀ ਰੀਹੈਬਿਲਿਟੇਸ਼ਨ ਵਗੈਰਾ ਦਾ ਧਿਆਨ ਰੱਖਦੀਆਂ ਨੇ, ਸਰੈਂਡਰ ਚਿਲਡਰਨ ਦਾ। ਸੋ ਇਹ ਸਾਰੀਆਂ ਫੈਸਿਲਿਟੀਜ਼ ਮਿਲੀਆਂ ਹੋਈਆਂ ਨੇ ਜੁਵੀਨਲ ਜਸਟਿਸ ਐਕਟ ਦੇ ਅੰਦਰ। To prevent and rehabilitate these children, there are various institutions. ਸੋ ਇੰਸਟੀਟਿਊਸ਼ਨਸ ਨੇ ਜਿਹੜੇ ਕਿ ਬੱਚਿਆਂ ਦੀ ਕੇਅਰ ਤੇ ਪ੍ਰੋਟੈਕਸ਼ਨ ਕਰਦੇ ਨੇ। ਫਰਸਟ ਕੈਟੇਗਰੀ ਦੇ ਇੰਸਟੀਟਿਊਸ਼ਨ ਨੇ ਚਿਲਡਰਨਸ ਹੋਮ। ਹਰ ਜ਼ਿਲ੍ਹੇ ਦੇ ਵਿੱਚ ਜਾਂ ਕੁਝ ਜ਼ਿਲ੍ਹਿਆਂ ਦੇ ਗਰੁੱਪ ਦੇ ਵਿੱਚ ਸਟੇਟ ਸਰਕਾਰ ਹੈ ਜਿਹੜੀ, ਉਹ ਆਪਣੇ ਆਪ ਜਾਂ ਵੋਲੰਟਰੀ ਜਾਂ ਨਾਨ ਗਵਰਨਮੈਂਟ ਕਿਸੇ NGO ਦੇ ਜ਼ਰੀਏ ਚਿਲਡਰਨ ਹੋਮ ਬਣਾਉਂਦੀ ਹੈ ਤੇ ਉੱਥੇ ਫਿਰ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਜਿਹੜੇ ਵੀ ਬੱਚਿਆਂ ਨੂੰ ਕੇਅਰ, ਟ੍ਰੀਟਮੈਂਟ, ਐਜੂਕੇਸ਼ਨ ਦੀ ਜ਼ਰੂਰਤ ਹੈ, ਹਰ ਜ਼ਿਲ੍ਹੇ ਦੇ ਜਿੱਥੋਂ ਵੀ ਇੱਦਾਂ ਦੇ ਬੱਚੇ ਮਿਲਦੇ ਨੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ। ਚਾਈਲਡ ਕੇਅਰ ਇੰਸਟੀਟਿਊਸ਼ਨ ਦਾ ਮਤਲਬ ਹੈ ਕਿ ਹਰ ਤਰੀਕੇ ਦੇ ਇੰਸਟੀਟਿਊਟ ਜਿਹੜੇ ਸਾਰੇ ਜੁਵੀਨਲ ਜਸਟਿਸ ਐਕਟ ਦੇ ਅੰਦਰ ਆਉਂਦੇ ਨੇ, ਇਹਦੇ ਅੰਦਰ ਚਿਲਡਰਨ ਹੋਮ ਵੀ ਆ ਜਾਂਦਾ ਹੈ, ਓਪਨ ਸ਼ੈਲਟਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ, ਪਲੇਸ ਆਫ ਸੇਫਟੀ, ਸਪੈਸ਼ਲਾਈਜ਼ਡ ਅਡੋਪਸ਼ਨ ਏਜੰਸੀ। ਸੋ ਇਹ ਸਾਰੇ ਇੰਸਟੀਟਿਊਸ਼ਨਸ ਨੇ। ਦੈਨ ਆਬਜ਼ਰਵੇਸ਼ਨ ਉਹ ਹੋਮ ਹੈ ਜਿੱਥੇ ਟੈਂਪਰੇਰੀ, ਆਰਜੀ ਤੌਰ ਦੇ ਉੱਤੇ ਕਿਸੇ ਬੱਚੇ ਦਾ ਧਿਆਨ ਰੱਖਿਆ ਜਾ ਰਿਹਾ, ਕਿਸੇ ਨੂੰ ਅਬਿਊਜ਼ ਹੋਇਆ, ਟਾਰਚਰ ਹੋਇਆ, ਸੋ ਉੱਥੇ ਉਹਨੂੰ ਰੱਖ ਕੇ ਉਹਦੀ ਜਿਹੜੀ ਮੈਡੀਕਲ ਫੈਸਿਲਿਟੀਜ਼ ਦੇ ਕੇ ਉਹਦੀ ਹਾਲਤ ਠੀਕ ਕਰਕੇ ਉਹਨੂੰ ਦੁਬਾਰਾ ਤੋਂ ਭੇਜ ਦਿੱਤਾ ਜਾਂਦਾ ਹੈ। ਓਪਨ ਸ਼ੈਲਟਰ ਜਿੱਥੇ ਓਪਨਲੀ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਸੋ ਜਿਹੜੇ ਕਮਿਊਨਿਟੀ ਬੇਸਡ ਫੈਸਿਲਿਟੀ ਹੈ, ਜ਼ਿਆਦਾ ਨੰਬਰ ਦੇ ਵਿੱਚ ਉੱਥੇ ਬੱਚਿਆਂ ਨੂੰ ਇਕੱਠੇ ਰੱਖਿਆ ਜਾਂਦਾ ਹੈ। ਜਿਹੜੇ ਬੱਚੇ ਸੜਕਾਂ 'ਤੇ ਰਹਿ ਰਹੇ ਨੇ, ਸੋ ਉਹਨਾਂ ਨੂੰ ਵੈਸੇ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਰੱਖਿਆ ਜਾਂਦਾ ਹੈ। ਸਪੈਸ਼ਲਾਈਜ਼ਡ ਅਡੋਪਸ਼ਨ ਏਜੰਸੀ ਦਾ ਮਤਲਬ ਹੈ ਸਟੇਟ ਸਰਕਾਰ ਦੇ ਦੁਆਰਾ ਜਾਂ NGO ਦੇ ਦੁਆਰਾ ਸੈਕਸ਼ਨ 65 ਦੇ ਅੰਦਰ ਤਿਆਰ ਕੀਤੀ ਹੋਈ, ਇਸਟੈਬਲਿਸ਼ ਕੀਤਾ ਹੋਇਆ ਇੰਸਟੀਟਿਊਸ਼ਨ, ਜਿੱਥੇ ਕਰ ਦਿੱਤਾ ਜਾਊਗਾ ਅਨਾਥ ਬੱਚਿਆਂ ਨੂੰ ਜਿਨ੍ਹਾਂ ਨੂੰ ਘਰੋਂ ਕੱਢਿਆ ਹੋਇਆ ਹੈ, ਸਰੈਂਡਰ ਜਿਨ੍ਹਾਂ ਨੂੰ ਪੇਰੈਂਟਸ ਨੇ ਕਿਹਾ ਕਿ ਅਸੀਂ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ। ਜਿਹੜੀ ਵੈਲਫੇਅਰ ਕਮੇਟੀ ਹੈ ਉਹੀ ਆਰਡਰ ਕਰਦੀ ਹੈ ਕਿ ਕਿਹੜੇ ਬੱਚਿਆਂ ਨੂੰ ਅਡੋਪਸ਼ਨ ਦੇ ਪਰਪਸ ਲਈ ਇਸ ਏਜੰਸੀ ਦੇ ਕੋਲ ਭੇਜਣਾ ਹੈ। ਸੋ ਇਸ ਤਰੀਕੇ ਨਾਲ ਆਪਾਂ ਚਿਲਡਰਨ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਦਾ ਸਾਰਾ ਜਿਹੜਾ ਸੈਟਅਪ ਹੈ ਉਹਨੂੰ ਦੇਖਦੇ ਆ ਜੁਵੀਨਲ ਜਸਟਿਸ ਐਕਟ ਦੇ ਅੰਡਰ। ਸੋ ਯੂਨਿਟ 3 ਦਾ ਜਿਹੜਾ ਨੈਕਸਟ 7 ਟੌਪਿਕ ਉਹ ਹੈ ਚਿਲਡਰਨ ਇਨ ਕਨਫਲਿਕਟ ਵਿਦ ਲਾਅ। ਸੋ ਇਹ ਉਹ ਬੱਚੇ ਨੇ ਜਿਹੜੇ ਨਾ ਸਮਝੀ ਕਰਕੇ ਜਾਂ ਕਿਸੇ ਹੋਰ ਮਲਟੀਪਲ ਫੈਕਟਰਸ ਕਰਕੇ, ਆਪਣੇ ਇਨਵਾਇਰਮੈਂਟਲ ਫੈਕਟਰਸ ਕਰਕੇ, ਫੈਮਿਲੀ ਕਰਕੇ, ਗਰੀਬੀ ਕਰਕੇ ਜਾਂ ਘੱਟ ਜਾਗਰੂਕਤਾ ਕਰਕੇ, ਸਬਸਟੈਂਸ ਅਬਿਊਜ਼ ਹੋ ਗਿਆ, ਡਰੱਗਸ, ਐਲਕੋਹਲ, ਕਿਸੇ ਵੀ ਕਾਰਨ ਕਰਕੇ ਅਪਰਾਧ ਦੀ ਦੁਨੀਆ ਵਿੱਚ ਪੈ ਜਾਂਦੇ ਨੇ। ਸੋ ਇਹਨਾਂ ਨੂੰ ਕਹਿੰਦੇ ਆ ਚਿਲਡਰਨ ਇਨ ਕਨਫਲਿਕਟ ਵਿਦ ਲਾਅ। ਚਿਲਡਰਨ ਆਰ ਬੋਰਨ ਇਨੋਸੈਂਟ। ਸੋ ਬੱਚੇ ਇਨੋਸੈਂਟ ਹੀ ਪੈਦਾ ਹੁੰਦੇ ਨੇ, ਪਰ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ ਇਹ ਇਸ ਤਰੀਕੇ ਦਾ ਬਿਹੇਵੀਅਰ ਅਡਾਪਟ ਕਰ ਲੈਂਦੇ ਨੇ ਜਿਹੜਾ ਕਿ ਕਦੇ-ਕਦੇ ਡਿਲਿੰਕੁਐਂਟ ਹੁੰਦਾ। ਡਿਲਿੰਕੁਐਂਟ ਦਾ ਮਤਲਬ ਹੁੰਦਾ ਕ੍ਰਿਮੀਨਲ ਨੇਚਰ ਦਾ। ਸੋ ਕਨਫਲਿਕਟ ਇਨ ਲਾਅ। ਸੋ ਇਹ ਸਾਰੇ ਉਹੀ ਕਾਰਨ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ। ਸੋ ਮੋਸਟਲੀ ਛੋਟੇ ਹੁੰਦੇ ਤੇ ਬੱਚਾ ਆਪਣੇ ਆਲੇ ਦੁਆਲੇ ਕਿਵੇਂ ਦੇਖਦਾ ਹੈ, ਫੈਮਿਲੀ ਦੇ ਵਿੱਚ ਕੀ ਚੱਲਦਾ ਹੈ, ਪੇਰੈਂਟਸ ਕਿਵੇਂ ਦੇ ਨੇ, ਜਾਂ ਕਿਸੇ ਨੂੰ ਛੋਟੇ ਹੁੰਦੇ ਬਹੁਤ ਜ਼ਿਆਦਾ ਅਬਿਊਜ਼ ਹੋਇਆ, ਨਿਗਲੈਕਟ ਹੋਇਆ, ਸੋ ਇਮੋਸ਼ਨਲ ਆਊਟਬਰਸਟ ਵੀ ਕਈ ਵਾਰੀ ਕਾਰਨ ਬਣ ਜਾਂਦਾ ਹੈ। ਸੋ ਚਾਈਲਡ ਇਨ ਕਨਫਲਿਕਟ ਵਿਦ ਲਾਅ ਡਿਫਾਈਨ ਕੀਤਾ ਸੈਕਸ਼ਨ 213 2015 ਦੇ ਜੁਵੀਨਲ ਜਸਟਿਸ ਐਕਟ ਦੇ ਅੰਦਰ। ਉਹ ਬੱਚਾ ਜਿਹੜਾ ਕੋਈ ਅਪਰਾਧ ਕਰਦਾ ਹੋਇਆ ਫੜਿਆ ਗਿਆ ਤੇ ਹਜੇ ਉਹਨੇ 18 ਸਾਲ ਦੀ ਉਮਰ ਪੂਰੀ ਨਹੀਂ ਕੀਤੀ, offense ਜਿਸ ਦਿਨ ਹੋਇਆ ਉਸ ਦਿਨ ਤੱਕ। ਸੋ 18 ਸਾਲ ਤੋਂ ਨੀਚੇ ਦਾ ਕੋਈ ਬੱਚਾ ਜੇ ਅਪਰਾਧ ਕਰਦਾ ਤਾਂ ਉਹਦੇ ਲਈ JJ ਐਕਟ ਬਣਿਆ ਹੋਇਆ, ਉਹਨੂੰ ਆਪਾਂ ਚਿਲਡਰਨ ਕਨਫਲਿਕਟ ਵਿਦ ਲਾਅ ਕਹਿੰਦੇ ਹਾਂ। ਉਹਦੇ ਲਈ ਆਪਾਂ ਐਜ਼ ਸੱਚ ਡਾਇਰੈਕਟ ਕ੍ਰਿਮੀਨਲ ਟਰਮ ਯੂਜ਼ ਨਹੀਂ ਕਰਦੇ, ਕਿਉਂਕਿ ਆਪਾਂ ਇਹ ਮੰਨਦੇ ਕਿ ਕੋਈ ਨਾ ਕੋਈ ਇਹੋ ਜਿਹਾ ਕਾਰਨ ਰਿਹਾ ਹੋਊਗਾ ਜਿਹਦੇ ਕਰਕੇ ਉਹਨੇ
ਅਪਰਾਧ ਕੀਤਾ ਹੋਊਗਾ। ਸੋ ਉੱਥੇ ਆਪਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਦੈਟ ਜਦੋਂ ਆਪਣਾ ਕੁਛ ਅਸਲੀ ਮੈਚੋਰਿਟੀ ਵਾਲੀ ਏਜ ਵਿੱਚ ਆ ਕੇ ਇੱਕ ਸਹੀ ਸਿਟੀਜ਼ਨ ਨਾਗਰਿਕ ਬਣ ਕੇ ਦੁਬਾਰਾ ਸੁਸਾਇਟੀ ਦੇ ਵਿੱਚ ਜਾ ਸਕੇ। offenses alleged to be committed by children, ਸੋ ਜੁਵੀਨਲ ਜਸਟਿਸ ਸਿਸਟਮ ਅਜ਼ਿਊਮ ਕਰਦਾ ਮੰਨ ਕੇ ਚੱਲਦਾ ਕਿ ਜਿਹੜੇ ਚਾਈਲਡ offender ਹੈ ਇਹ ਅਨਫੇਵਰੇਬਲ ਇਨਵਾਇਰਮੈਂਟ ਦਾ ਰਿਜ਼ਲਟ ਹੈ। ਸੋ ਇਹਨੂੰ ਇੱਕ ਫਰੈਸ਼ ਚਾਂਸ ਦੇਣ ਦੀ ਜ਼ਰੂਰਤ ਹੈ, ਡਿਜ਼ਰਵ ਕਰਦਾ। The offense may have been committed without criminal intent on certain occasion, ਕਈ ਵਾਰੀ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਜੋ ਕੀਤਾ ਇਹਦਾ ਰਿਜ਼ਲਟ ਕੀ ਹੈ, ਇਹਦੇ ਕੌਨਸੀਕੁਐਂਸਿਸ ਕੀ ਨੇ, ਰੈਪਰਕਸ਼ਨ ਕੀ ਨੇ। ਸੋ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਚਾਈਲਡ offender ਹੈ ਉਹਨੂੰ ਪਨਿਸ਼ ਨਹੀਂ ਕਰਨਾ ਚਾਹੀਦਾ, ਇੱਕ ਵੱਡੇ offender ਦੀ ਤਰ੍ਹਾਂ ਇੱਕ ਇੰਡੀਵਿਜੂਅਲ ਟ੍ਰੀਟਮੈਂਟ ਦੇਣਾ ਚਾਹੀਦਾ, ਰੈਫਰਮੇਸ਼ਨ ਉਹਨੂੰ ਸਹੀ ਹੋਣ ਦਾ ਜਿਹੜਾ ਇੱਕ ਮੌਕਾ ਹੈ ਉਹ ਦੇਣਾ ਚਾਹੀਦਾ। ਸੋ ਜਿਵੇਂ ਦਾ ਸਾਈਕੋਲੋਜੀਕਲ ਸੋਸ਼ਲ ਬੈਕਗਰਾਊਂਡ ਆ ਉਹਨੂੰ ਧਿਆਨ 'ਚ ਰੱਖਦੇ ਹੋਏ ਹੀ ਚੀਜ਼ਾਂ ਤੈਅ ਕਰਨੀਆਂ ਚਾਹੀਦੀਆਂ ਨੇ। ਸੋ ਬਹੁਤ ਸਾਰੇ offenses ਨੇ ਜਿਹੜੇ ਕਮਿਟ ਕਰਦੇ ਨੇ ਬੱਚੇ, ਜੁਵੈਨਾਈਲ ਜਸਟਿਸ ਐਕਟ ਨੇ ਇਹਨਾਂ ਨੂੰ ਕੈਟੇਗਰਾਈਜ਼ ਕੀਤਾ ਹੋਇਆ। ਪੈਟੀ offense ਹੋ ਗਏ ਛੋਟੇ, ਮੈਕਸਿਮਮ ਪਨਿਸ਼ਮੈਂਟ ਜਿਨ੍ਹਾਂ ਦੀ IPC ਦੇ ਅੰਦਰ ਅਪ ਟੂ 3 ਇਅਰਸ ਹੈ। ਸੀਰੀਅਸ offense ਹੋ ਗਏ ਜਿਨ੍ਹਾਂ ਦੀ IPC ਜਾਂ ਕਿਸੇ ਵੀ ਹੋਰ ਲਾਅ ਦੇ ਅੰਦਰ 3 ਤੋਂ 7 ਸਾਲ ਤੱਕ ਦੀ ਸਜ਼ਾ ਹੈ। ਹੀਨੀਅਸ ਹੋ ਗਏ ਜਿਨ੍ਹਾਂ ਦੀ 7 ਸਾਲ ਤੋਂ ਜ਼ਿਆਦਾ ਤੇ ਲਾਈਫ ਇੰਪ੍ਰਿਜ਼ਨਮੈਂਟ ਤੱਕ ਸਜ਼ਾ ਹੈ। ਸੋ delinquency exhibit a variety of style of conduct or form of behavior, ਸੋ delinquent behavior ਦਾ ਮਤਲਬ ਹੁੰਦਾ ਹੈ ਕਿ ਇੱਕ ਕਨਫਲਿਕਟਿੰਗ ਬਿਹੇਵੀਅਰ, ਇੱਕ ਕ੍ਰਿਮੀਨਲ ਬਿਹੇਵੀਅਰ ਮਤਲਬ ਇੱਕ ਨਾਰਮਲ ਜਿਹੜਾ ਇੱਕ ਸਹੀ ਰੀਜ਼ਨੇਬਲ ਸਮਝਦਾਰ ਸਿਟੀਜ਼ਨ ਕਰਦਾ ਹੈ, ਸੋ ਉਸ ਟਾਈਪ ਦਾ ਬਿਹੇਵੀਅਰ ਨਹੀਂ ਹੈ। ਹਾਵਰਡ ਬੈਕਰ ਨੇ 4 ਤਰੀਕੇ ਦੀ ਡਿਲਿੰਕੁਐਂਸੀਜ਼ ਦੱਸੀਆਂ ਨੇ। ਇੰਡੀਵਿਜੂਅਲ, ਸੋ ਇਹ ਰਿਪੀਟ ਹੋ ਰਹੀ ਹੈ, ਗਰੁੱਪ ਸਪੋਰਟਡ, ਆਰਗੇਨਾਈਜ਼, ਸਿਚੁਏਸ਼ਨਲ। ਇੰਡੀਵਿਜੂਅਲ ਡਿਲਿੰਕੁਐਂਸੀ ਉਹ ਬਿਹੇਵੀਅਰ ਹੈ ਜਿੱਥੇ ਜਿਹੜਾ ਇੰਡੀਵਿਜੂਅਲ ਹੈ ਉਹ ਸਿਰਫ ਆਪਣੀ ਖੁਦ ਦੀ ਮਰਜ਼ੀ, ਆਪਣੇ ਬਿਹੇਵੀਅਰ ਕਰਕੇ ਕਿਸੇ ਕ੍ਰਾਈਮ ਨੂੰ ਕਰ ਰਿਹਾ, ਕੋਈ ਵੀ ਹੋਰ ਉਹਦੇ ਤੇ ਇਨਫਲੂਐਂਸ ਨਹੀਂ ਹੈ। ਜੋ ਉਹਨੇ ਕੀਤਾ, ਜੋ ਉਹਦਾ ਫਾਲਟੀ ਡਿਫੈਕਟਿਵ ਬਿਹੇਵੀਅਰ ਹੈ ਉਹਦਾ ਆਪਣੇ ਹੀ ਕਾਰਨ ਕਰਕੇ ਹੋ ਰਿਹਾ। ਗਰੁੱਪ ਸਪੋਰਟਡ ਡਿਲਿੰਕੁਐਂਸੀ ਦਾ ਮਤਲਬ ਹੈ ਤੁਸੀਂ ਕਿਸੇ ਗੈਂਗ 'ਚ ਰਲੇ ਹੋਏ ਹੋ, ਤੁਸੀਂ ਕਿਸੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚੋਂ, ਤੁਹਾਡੇ ਆਲੇ ਦੁਆਲੇ ਥੋੜਾ ਨੇਬਰਹੁੱਡ ਉੱਦਾਂ ਦਾ ਹੈ, ਇੰਡੀਵਿਜੂਅਲ ਹੋਮ ਦਾ ਜਿਹੜਾ ਕਲਚਰ ਹੈ ਉਹ ਉਸ ਤਰੀਕੇ ਦਾ ਨਿਕਲ ਕੇ ਆਇਆ। ਸੋ ਤੁਸੀਂ ਆਪਣੇ ਕੰਪੈਨੀਅਨਸ ਨੂੰ, ਆਪਣੇ ਪੀਅਰਸ ਨੂੰ ਦੇਖ ਕੇ ਉਹ ਜਿਹੜਾ ਬਿਹੇਵੀਅਰ ਹੈ ਅਪਣਾਇਆ ਹੈ। ਆਰਗੇਨਾਈਜ਼ ਡਿਲਿੰਕੁਐਂਸੀ ਦਾ ਮਤਲਬ ਤੁਸੀਂ ਫਾਰਮਲੀ ਪ੍ਰੋਪਰ ਕਿਸੇ ਗਰੁੱਪ ਦਾ ਇੱਕ ਹਿੱਸਾ ਹੋ ਜਿਹੜਾ ਗਰੁੱਪ ਦਾ ਕੰਮ ਹੀ ਕ੍ਰਾਈਮ ਕਰਨਾ ਹੈ। ਸਿਚੁਏਸ਼ਨ ਦਾ ਮਤਲਬ ਹੈ ਕਿ ਤੁਸੀਂ ਸ਼ੁਰੂ ਤੋਂ ਉੱਦਾਂ ਦੇ ਨਹੀਂ ਸੀ ਪਰ ਤੁਹਾਡੀ ਸਿਚੁਏਸ਼ਨ ਉਵੇਂ ਦੀ ਬਣ ਗਈ, ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਕ੍ਰਾਈਮ ਕਰਦਾ ਤੁਸੀਂ ਉਹਨੂੰ ਦੇਖ ਕੇ ਕ੍ਰਾਈਮ ਕਰ ਰਹੇ ਹੋ। ਸੋ ਤੁਹਾਡੇ ਜਿਹੜੇ ਰੂਟਸ ਨੇ ਉਹਨਾਂ ਕਰਕੇ, ਇਨਵਾਇਰਮੈਂਟ ਜਿਹਦੇ 'ਚ ਤੁਸੀਂ ਵੱਡੇ ਹੋਏ ਹੋ ਉਹ ਚੀਜ਼ਾਂ ਕਰਕੇ ਤੁਹਾਨੂੰ ਕ੍ਰਾਈਮ ਦੀ ਦੁਨੀਆ ਦੇ ਵਿੱਚ ਤੁਸੀਂ ਆ ਗਏ। Study of Parakel and Paniker reveals the most adolescent criminal behavior is specific to adolescent period, will not continue into adulthood. ਸੋ ਕੁਝ ਫਿਲਾਸਫਰਸ ਦਾ ਮੰਨਣਾ ਹੈ ਕਿ ਜਿਹੜਾ ਛੋਟੇ ਹੁੰਦੇ ਅਡੋਲਸੈਂਟ ਏਜ ਦੇ ਵਿੱਚ ਕ੍ਰਿਮੀਨਲ ਬਿਹੇਵੀਅਰ ਹੁੰਦਾ ਹੈ, ਜੇ ਸਹੀ ਤਰੀਕੇ ਦੇ ਨਾਲ ਆਪਾਂ ਨੂੰ ਰਿਫਾਰਮ ਕਰੀਏ ਤਾਂ ਵੱਡੇ ਹੋ ਕੇ ਫਿਰ ਉਹ ਕ੍ਰਾਈਮ ਨਹੀਂ ਕਰਦੇ। ਸੋ NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਕਹਿਣਾ ਹੈ ਕਿ ਜਿਹੜਾ ਕ੍ਰਾਈਮ ਨੇ ਭਾਰਤ ਦੇ ਅੰਦਰ, ਆਪਾਂ ਨੂੰ ਪਤਾ ਹੈ ਕਿ ਇਹਨੂੰ ਆਪਾਂ ਅਲੱਗ-ਅਲੱਗ ਕਲਾਸੀਫਾਈ ਕਰਦੇ ਹਾਂ। ਇੰਡੀਅਨ ਪੀਨਲ ਕੋਡ ਹੋ ਗਿਆ, ਸਪੈਸ਼ਲ ਲੋਕਲ ਲਾਜ਼ ਹੋ ਗਏ, ਤੇ NCRB ਕੱਲਾ ਹੀ ਇਹੋ ਜਿਹਾ ਨੈਸ਼ਨਲ ਰਿਸੋਰਸ ਹੈ ਜਿਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਦਾ ਕਿ ਭਾਰਤ ਦੇ ਅੰਦਰ ਜੁਵੀਨਾਈਲ ਡਿਲਿੰਕੁਐਂਸੀ ਕਿੰਨੀ ਹੈ, ਕਿੰਨੀ ਪਰਸੈਂਟੇਜ ਹੈ, ਕਿੰਨੀ ਰੇਸ਼ੋ ਹੈ। ਸੋ ਇਹ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ NCRB ਆਪਾਂ ਨੂੰ ਦੱਸਦਾ ਹੈ ਕਿ ਕਿੰਨੇ ਪ੍ਰਤੀਸ਼ਤ ਜੁਵੀਨਾਈਲਸ ਨੇ ਜਿਹੜੇ ਕਨਫਲਿਕਟ ਦੇ ਵਿੱਚ ਨੇ ਲਾਅ ਦੇ ਨਾਲ। ਸੋ 2015 ਦੀ ਜੇ ਗੱਲ ਕਰੀਏ ਤਾਂ 2014 ਤੋਂ ਜਿਹੜੇ ਕੇਸਿਸ ਸੀ ਉਹ ਘਟੇ ਸੀ। ਸੋ ਇਹ ਡੇਟਾ ਮਿਲਿਆ ਹੋਇਆ 6.3% ਰਜਿਸਟਰਡ ਕੇਸਿਸ ਦੀ ਜਿਹੜੀ ਰੇਸ਼ੋ ਹੈ। ਦੈਨ ਕੇਸਿਸ ਆਫ ਜੁਵੀਨਾਈਲ ਇਨ ਕਨਫਲਿਕਟ ਵਿਦ ਲਾਅ ਰਜਿਸਟਰਡ ਅੰਦਰ ਜਿਹੜੇ ਨਾਰਮਲ ਆਪਣੇ ਲੋਕਲ ਲੈਵਲ ਦੇ ਲਾਜ਼ ਨੇ ਉਹ ਵੀ ਘਟੇ ਨੇ 2014 ਦੇ ਕੰਪੈਰੀਟਿਵਲੀ। ਸੋ NCRB ਆਪਾਂ ਨੂੰ ਸਾਰੇ ਡੇਟਾ ਦਿੰਦਾ, ਇੱਕ ਵਾਰ ਤੁਸੀਂ ਨਜ਼ਰ ਮਾਰ ਸਕਦੇ ਹੋ। ਬਾਕੀ ਮੈਂ ਟਰਾਈ ਕਰੂੰਗੀ ਕਿ ਜੇ ਮੈਨੂੰ ਬਿਲਕੁਲ ਰੀਸੈਂਟ ਅਪਡੇਟਡ, ਵੈਸੇ ਲੇਟੈਸਟ ਇਹੀ NCRB ਦੀ ਵੈਬਸਾਈਟ ਉੱਤੇ ਸੀ, ਜੇ ਮੈਨੂੰ ਹੁਣ ਹੋਰ ਕੋਈ ਰੀਸੈਂਟਲੀ ਮਿਲਿਆ ਡੇਟਾ ਤਾਂ ਮੈਂ ਉਹ ਗਰੁੱਪ ਦੇ ਵਿੱਚ ਐਡ ਕਰ ਦੂੰਗੀ, ਟੈਲੀਗ੍ਰਾਮ ਉੱਤੇ ਮੈਂ ਤੁਹਾਨੂੰ ਦੱਸ ਦੂੰਗੀ। ਬਟ ਫॉर द टाइम बिंग ਤੁਸੀਂ ਇਸੇ ਡੇਟਾ ਨੂੰ ਲੈ ਕੇ ਚੱਲੋ। even though the fall in children in conflict with law is marginal, it is a positive sign। ਚਾਹੇ ਜਿਹੜਾ fall ਹੈ ਕਨਫਲਿਕਟ ਇਨ ਲਾਅ ਵਾਲੇ ਚਿਲਡਰਨ ਦਾ ਰੇਟ ਹੈ ਥੋੜਾ ਘਟਿਆ 2014 ਦੇ ਕੰਪੈਰੀਟਿਵਲੀ 2015 'ਚ, ਬਟ ਸਟਿਲ ਇੱਕ ਪੋਜ਼ਿਟਿਵ ਸਾਈਨ ਹੈ। UK ਤੇ USA ਦੇ ਕੰਪੈਰੀਜ਼ਨ ਦੇ ਵਿੱਚ ਗੱਲ ਕਰੀਏ ਤਾਂ ਭਾਰਤ 2014 ਦੇ ਵਿੱਚ 2.1% ਲੈਸ ਸੀਗਾ।
UK USA ਦੇ ਵਿੱਚ 2014 ਦੇ ਵਿੱਚ ਜ਼ਿਆਦਾ ਬੱਚੇ ਸੀ ਜਿਹੜੇ ਕਨਫਲਿਕਟ ਇਨ ਲਾਅ ਵਿੱਚ ਸੀ। ਸੋ NCRB ਸ਼ੋ ਕਰਦਾ ਹੈ 27% CCL were involved children in conflict with law involved in property related offense। ਸੋ NCRB ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚੇ ਅਪਰਾਧ ਕਰਦੇ ਨੇ ਪ੍ਰੋਪਰਟੀ ਰਿਲੇਟਡ, ਜਿਵੇਂ ਚੋਰੀਆਂ ਵਗੈਰਾ। ਸੋ ਇਹ ਜ਼ਿਆਦਾ ਕਾਮਨ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੇ ਅਪਰਾਧ ਦੀ। ਸੋ ਇਹਦੇ ਲਈ ਕਰਨਾ ਕੀ ਚਾਹੀਦਾ ਹੈ? ਸੋ ਪੇਰੈਂਟਸ, ਟੀਚਰ, ਸਕੂਲ, ਕਮਿਊਨਿਟੀ, ਲਾਅ ਇਨਫੋਰਸਮੈਂਟ ਏਜੰਸੀ, ਮਤਲਬ ਪੁਲਿਸ ਵਗੈਰਾ, ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਦੇ ਵੱਲ ਜਿਹੜੇ ਰਿਸਕ ਫੈਕਟਰ ਨੇ ਉਹ ਰਿਡਿਊਸ ਕੀਤੇ ਜਾਣ। ਉਹਨਾਂ ਨੂੰ ਇੱਕ ਇਹੋ ਜਿਹਾ ਬਿਹੇਵੀਅਰ ਅਡੋਪਟ ਕਰਵਾਈਏ ਆਪਾਂ ਜਿਹੜਾ ਕਿ ਕਨਫਲਿਕਟ ਇਨ ਲਾਅ ਦੇ ਨਾਲ ਨਾ ਹੋਵੇ। ਸੋ ਉਹਨਾਂ ਦੀ ਰਿਹੈਬਿਲਿਟੇਸ਼ਨ ਕਰਵਾਈਏ, ਪ੍ਰੀਵੈਂਸ਼ਨ। ਜੇ ਤੁਹਾਨੂੰ ਲੱਗ ਰਿਹਾ ਕਿ ਕਿਸੇ ਬੱਚੇ ਦੀ ਅਪਬ੍ਰਿੰਗਿੰਗ ਇੱਕ ਗਲਤ ਮਾਹੌਲ 'ਚ ਹੋ ਰਹੀ ਹੈ, ਤੁਸੀਂ ਕਦਮ ਚੱਕੋ, ਟਰਾਈ ਕਰੋ ਕਿ ਉਸ ਬੱਚੇ ਨੂੰ ਸਮਝਾ ਸਕੋ, ਅਵੇਅਰਨੈਸ ਪ੍ਰੋਵਾਈਡ ਕਰਵਾ ਸਕੋ, ਉਹਦੇ ਪੇਰੈਂਟਸ ਨਾਲ ਗੱਲ ਕਰੋ। ਸੋ ਰਿਸਕ ਫੈਕਟਰਸ ਨੂੰ ਆਪਾਂ ਨੇ ਘਟਾਉਣਾ, ਜਿਹੜਾ ਆਪਾਂ ਨੇ ਪਹਿਲਾਂ ਪੜ੍ਹੇ ਸੀ ਰਿਸਕ ਫੈਕਟਰ, ਪ੍ਰੀਵੈਂਟਿਵ ਫੈਕਟਰ। ਸੋ ਰਿਸਕ ਫੈਕਟਰ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੇ ਆਇਡੈਂਟੀਫਾਈ ਕਰਕੇ ਘਟਾਉਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਇਹੀ ਰਿਸਕ ਫੈਕਟਰ ਐਕਸਪੋਜ਼ ਕਰਦੇ ਨੇ ਬੱਚੇ ਨੂੰ ਡਿਲਿੰਕੁਐਂਟ ਬਿਹੇਵੀਅਰ ਦੇ ਵਿੱਚ, ਇੱਕ ਕ੍ਰਿਮੀਨਲ ਬਿਹੇਵੀਅਰ ਦੇ ਵਿੱਚ। ਸੋ ਪ੍ਰੋਟੈਕਟਿਵ ਫੈਕਟਰ ਨੇ ਜਿਹੜੇ ਕਿ ਰਿਸਕ ਫੈਕਟਰ ਨੂੰ ਮਿਟੀਗੇਟ ਕਰਦੇ ਨੇ, ਉਹਦੇ ਅਸਰ ਨੂੰ ਘਟਾਉਂਦੇ ਨੇ। ਸੋ ਆਪਾਂ ਨੇ ਇਹਨਾਂ ਵੱਲ ਜ਼ਿਆਦਾ ਧਿਆਨ ਦੇ ਕੇ ਰਿਸਕ ਫੈਕਟਰ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਹੈ। ਰਿਸਕ ਫੈਕਟਰ ਕੀ ਹੁੰਦੇ ਆ, ਪ੍ਰੋਟੈਕਟਿਵ, ਆਪਾਂ ਪਿਛਲੇ ਲੈਕਚਰਸ ਦੇ ਵਿੱਚ ਕਰ ਚੁੱਕੇ ਹਾਂ। ਸੋ ਇੰਟੀਗ੍ਰੇਟਿਡ ਚਾਈਲਡ ਪ੍ਰੋਟੈਕਸ਼ਨ ਸਕੀਮ ਇੱਕ ਸੈਂਟਰਲੀ ਸਪਾਂਸਰਡ ਸਕੀਮ ਹੈ, ਜਿਹਨੂੰ ਯੂਨੀਅਨ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਨੇ 2009-10 ਦੇ ਵਿੱਚ ਇੰਪਲੀਮੈਂਟ ਕਰਵਾਇਆ ਸੀ। ਸੋ ਇਸ ਸਕੀਮ ਦਾ ਵੀ ਮੇਨ ਮਕਸਦ ਹੈ ਇੱਕ ਸੇਫ ਅਤੇ ਸਿਕਿਉਰ ਇਨਵਾਇਰਮੈਂਟ ਦੇਣਾ ਬੱਚਿਆਂ ਨੂੰ ਜਿਹੜੇ ਕਨਫਲਿਕਟ ਇਨ ਲਾਅ 'ਚ ਨੇ ਜਾਂ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ। ਸੋ ਜਿਹੜੀ ਇਹ ਸਕੀਮ ਹੈ, ਜਿਹੜੇ ਆਪਣੇ ਉੱਪਰ ਦੋਨੋਂ ਕੈਟੇਗਰੀ ਦੇ ਅੱਜ ਆਪਾਂ ਨੇ ਬੱਚੇ ਦੇਖੇ ਨੇ, ਉਹਨਾਂ ਦੋਨਾਂ ਦੀ ਨਿਊਟ੍ਰੀਸ਼ਨ, ਉਹਨਾਂ ਦੇ ਅਲੱਗ-ਅਲੱਗ ਪ੍ਰੋਗਰਾਮਸ, ਉਹਨਾਂ ਦੀ ਹੋਰ ਜਿੰਨੀ ਵੀ ਕੇਅਰ ਹੈ, ਸਾਰੀਆਂ ਚੀਜ਼ਾਂ ਵੱਲ ਇਹ ਸਕੀਮ ਵੀ ਧਿਆਨ ਦਿੰਦੀ ਹੈ, ਇਹ ਸਕੀਮ ਵੀ ਕੰਮ ਕਰਦੀ ਹੈ। ਸੋ ਸ਼ੈਲਟਰ ਹੋਮਸ ਵਗੈਰਾ ਦੇ ਵਿੱਚ ਕਿ ਬੱਚਿਆਂ ਨੂੰ ਸਹੀ ਤਰੀਕੇ ਨਾਲ ਰੱਖਿਆ ਜਾ ਰਿਹਾ, ਨਹੀਂ ਰੱਖਿਆ ਜਾ ਰਿਹਾ, ਸੋ ਇਹ ਸਕੀਮ ਵੀ ਵਿੱਚ ਇਨਵੋਲਵਡ ਹੈ। ਸੋ ਬੱਚਿਆਂ ਨੂੰ ਅਵੇਅਰਨੈਸ ਦੇਣੀ, ਪ੍ਰੋਪਰ ਕੋਆਰਡੀਨੇਸ਼ਨ ਹੋ ਰਹੀ ਹੈ ਹਰ ਲੈਵਲ 'ਤੇ, ਡਾਕੂਮੈਂਟੇਸ਼ਨ, ਰਿਸਰਚ ਹੋ ਰਹੀ ਹੈ ਜਾਂ ਨਹੀਂ, ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ।